1 2 3 अस्सलाम वालेकुम। वालेकुम अस्सलाम। भाईजान की नाम है ਤੁਹਾਡਾ? गुलाम मुस्तफा। ਗੁਲਾਮ ਮੁਸਤਫਾ ਸਾਹਿਬ ਕਿਹੜੀ ਜਗ੍ਹਾ ਹੈ? चरिंड। ਚਰਿੰਡ। ਅੱਛਾ, ਇਹ ਦੱਸਿਓ ਕਿ ਮਾਸ਼ਾਅੱਲਾ ਕਿੰਨੀ ਦੇਰ ਤੋਂ ਜਾਨਵਰਾਂ ਦਾ ਕੰਮ ਕਰ ਰਹੇ ਹੋ? मैं कर रहा 1.5 साल। 1.5 ਸਾਲ ਤੋਂ। ਇਸ ਤੋਂ ਪਹਿਲੇ ਕੀ ਕਰਦੇ ਹੋ? इस तो पहला मैं जिमींदारा करता। ਜ਼ਿਮੀਂਦਾਰਾਂ ਦਾ ਕੰਮ ਕਰਦੇ ਹੋ? ਯਾਨੀ ਜ਼ਿਮੀਂਦਾਰ ਸਿਰਫ ਪੱਠੇ ਬੀਜਦੇ ਹੋ ਜਾਂ ਕੋਈ ਸਬਜ਼ੀਆਂ ਵਗੈਰਾ, ਕੋਈ ਫਸਲਾਂ? सब्जियां वगैरह लगाना। ਠੀਕ ਹੈ। ਔਰ ਅੱਜ ਕੱਲ? अजकल मैं जानवर रखे ने ਠੀਕ ਹੈ। ते मैं पट्ठे छट्टे काश्त करना ਠੀਕ ਹੈ। ते जानवरों की सेवा करी दी। दुध शुद्ध चाहिए। ਸਹੀ ਹੈ। ਤੇ ਦੋਏ ਕੰਮ ਤੁਸੀਂ ਨਾਲ ਕਰ ਰਹੇ ਹੋ? दोए कम कर रहे। ਕਿੰਨਿਆਂ ਜਾਨਵਰਾਂ ਤੋਂ ਕੰਮ ਸ਼ੁਰੂ ਕੀਤਾ ਸੀ? मैं पहला 2-3 गाइयां रखियां सन। हुण माशाल्लाह मेरे को 7-8 मझां ने, कुछ 4 गाइयां ने। ਸਹੀ ਹੈ। ਯਾਨੀ ਕਿ ਤੁਸੀਂ ਕੰਮ ਮਾਸ਼ਾਅੱਲਾ ਤੁਹਾਨੂੰ ਬਿਹਤਰ ਲੱਗਾ, ਤੁਸੀਂ ਵਧਾਇਆ ਹੈ। जी। ਅੱਛਾ, ਹੁਣ ਪਹਿਲੇ ਇਸ ਗੱਲ ਤੋਂ ਸ਼ੁਰੂ ਕਰਾਂਗੇ ਕਿ ਇਹ ਕੰਮ ਜਿਹੜਾ ਵੇ ਨੌਜਵਾਨਾਂ ਵਾਸਤੇ ਕੈਸਾ, ਜਿਹੜੇ ਨਵੇਂ ਬੰਦੇ ਕਰਨਾ ਚਾਹੁੰਦੇ ਨੇ? नौजवानों वास्ते काम अच्छा है जे तो खुद मेहनत कर। अगर मुलाजम ही रखते हैं तो ਉਹਦੇ ਨਾਲ ਆਪੀ ਮਿਹਨਤ ਕਰਦੇ ਨੇ ਤੇ ਫਾਇਦਾ। ਅਗਰ ਮੁਲਾਜ਼ਮ ਦੇ ਨਾਲ ਉਹਦੇ ਸਿਰ ਤੇ ਕੰਮ ਕਰਦੇ ਨੇ ਫਿਰ ਨੁਕਸਾਨ ਹੈ। ਸਹੀ ਹੈ। ਹੁਣ ਇਹ ਦੱਸੋ ਕਿ ਜਗ੍ਹਾ ਆਪਣੀ ਹੋਏ, ਜ਼ਮੀਨ ਜਿਹੜੀ ਹੈ, ਫਿਰ ਇਹ ਕੰਮ ਕੈਸਾ ਹੈ? ਔਰ ਅਗਰ ਨਾ ਹੋਏ, ਮੁੱਲ ਦਾ ਪੱਠੇ ਹੋਣ ਤਾਂ ਫਿਰ ਕੈਸਾ ਹੈ? ਅਗਰ ਜ਼ਮੀਨ ਆਪਣੀ ਹੋਵੇ ਫਿਰ ਤੇ ਬਹੁਤ ਜ਼ਿਆਦਾ ਫਾਇਦਾ ਹੈ। ਅਗਰ ਮੁੱਲ ਦੇ ਪੱਠੇ ਹੋਣ ਫਿਰ ਵੀ ਮਜ਼ਦੂਰੀ ਨਾਲ ਚੰਗਾ। ਸਹੀ ਹੈ। ਤੁਸੀਂ ਇਸ ਟਾਈਮ 2 ਕੰਮ ਕਰ ਰਹੇ ਹੋ, ਯਾਨੀ ਪੱਠੇ ਵਗੈਰਾ ਜਾਂ ਸਬਜ਼ੀਆਂ ਫਸਲਾਂ ਬੀਜ ਕੇ ਵੀ ਕੰਮ ਕਰਦੇ ਪਏ, ਨਾਲ ਜਾਨਵਰਾਂ ਦਾ ਵੀ ਰੱਖਿਆ ਹੈ। ਜੀ। ਤੁਹਾਡੀ ਨਜ਼ਰ 'ਚ ਕਿਹੜਾ ਕੰਮ ਬਿਹਤਰ ਹੈ? ਇਹ ਬਿਹਤਰ ਹੈ ਜਾਂ ਉਹ ਬਿਹਤਰ ਹੈ? ਕੰਮ ਤੇ ਦੋਨੋਂ ਹੀ ਅੱਛੇ ਨੇ। ਅੱਛਾ। ਜਿੰਨੀ ਮਿਹਨਤ ਕਰ ਲਓ, ਠੀਕ ਹੈ। ਯਾਨੀ ਕਿ ਜਾਨਵਰਾਂ ਤੇ ਮਿਹਨਤ ਕਰ ਲਓ ਵੀ ਅੱਛਾ। ਅਗਰ ਜ਼ਮੀਨ ਤੇ ਮਿਹਨਤ ਕਰਦੇ ਹੋ, ਸਬਜ਼ੀ ਵਗੈਰਾ ਕਾਸ਼ਤ ਕਰਦੇ ਹੋ ਤਾਂ ਉਹ ਵੀ ਬਹੁਤ ਅੱਛਾ। ਸਹੀ ਹੈ। ਅੱਛਾ, ਹੁਣ ਇਹ ਗੱਲਾਂ ਦੱਸਿਓ ਕਿ ਮਾਸ਼ਾਅੱਲਾ ਤੁਸੀਂ ਕਾਫੀ ਦੇਰ ਤੋਂ ਕੰਮ ਕਰ ਰਹੇ ਹੋ। ਜਿਹੜੇ ਲੋਕ ਇਹ ਕੰਮ ਕਰਨਾ ਚਾਹੁੰਦੇ ਨੇ, ਨੌਜਵਾਨ ਨਵੇਂ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਇਸ ਕੰਮ 'ਚ ਆਈ ਜਾਂਦੇ ਨੇ। ਜਦੋਂ ਇਸ ਕੰਮ 'ਚ ਆਈ ਜਾਂਦੇ ਨੇ ਤੇ ਫਿਰ ਉਹਨੂੰ ਆਪਣਾ ਨੁਕਸਾਨ ਕਰ ਪੈਂਦੇ ਨੇ। ਕਿਸ ਤਰ੍ਹਾਂ ਨੁਕਸਾਨ ਤੋਂ ਬਚਿਆ ਜਾ ਸਕਦਾ? ਨੁਕਸਾਨ ਤੋਂ ਬਚਿਆ ਜਾਨਵਰਾਂ ਦੇ ਹਵਾਲੇ 'ਚ। ਹਾਂਜੀ। ਨੁਕਸਾਨ ਤੋਂ ਬਚਿਆ ਜਾ ਸਕਦਾ ਤੇ ਖੁਦ ਮਿਹਨਤ ਕਰਨ। ਇਹਨੂੰ ਟਾਈਮ ਨਾਲ, ਮੇਰਾ ਮਤਲਬ ਇੱਕ ਪੱਠੇ ਛੱਟੇ ਟਾਈਮ ਨਾਲ ਪਾਉਣ, ਉਹਨੂੰ ਵੰਡਾ ਛੱਟਾ ਦੁਰਸਤ ਪਾਉਣ, ਇਹ 'ਚ ਕੋਈ ਨੁਕਸਾਨ ਨਹੀਂ, ਫਾਇਦਾ ਹੀ ਫਾਇਦਾ। ਠੀਕ ਹੋ ਗਿਆ। ਅੱਛਾ ਸਰ, ਤੁਸੀਂ ਜਾਨਵਰ ਜਿਹੜੇ ਤੁਸੀਂ ਰੱਖੇ ਨੇ, ਇਹਨਾਂ ਤੇ ਰੋਜ਼ਾਨਾ ਦਾ ਕਿੰਨਾ ਕੁ ਤੁਹਾਡਾ ਖਰਚਾ ਆ ਜਾਂਦਾ? ਜਾਨਵਰਾਂ ਤੇ ਯਾਨੀ ਇੱਕ ਜਾਨਵਰ ਤੇ ਤਕਰੀਬਨ ਕੋਈ 300 ਤੋਂ 400 ਰੁਪਏ ਖਰਚਾ। 300 ਤੋਂ 400? ਹਾਂਜੀ। ਤੇ ਕਿੰਨੇ ਬੰਦੇ ਮਿਲ ਕੇ ਸੰਭਾਲ ਰਹੇ ਹੋ? ਅਸੀਂ ਤਕਰੀਬਨ ਸਾਡੇ ਕੋਲ 15 ਜਾਨਵਰ ਨੇ, ਅਸੀਂ 2 ਭਾਈ ਹਾਂ। 15 ਜਾਨਵਰਾਂ ਨੂੰ 2 ਬਾਈ ਖੁਦ ਹੀ ਸੰਭਾਲ ਰਹੇ ਹੋ? ਖੁਦ ਹੀ ਸੰਭਾਲ ਰਹੇ ਹਾਂ। ਅੱਛਾ। ਕੋਈ ਮੁਲਾਜ਼ਮ ਨਹੀਂ ਸਾਡੇ ਕੋਲ। 15 ਜਾਨਵਰ ਰੱਖਣ ਵਾਸਤੇ, ਸ਼ੈੱਡ ਬਣਾਉਣ ਵਾਸਤੇ, ਜਿੱਥੇ ਜਾਨਵਰਾਂ ਨੂੰ ਰਾਤ ਨੂੰ ਬੰਨ੍ਹਣਾ ਹੈ, ਦਿਨ ਨੂੰ ਬੰਨ੍ਹਣਾ ਹੈ, ਧੁੱਪੇ ਬੰਨ੍ਹਣਾ ਹੈ, ਕਿੰਨੀ ਜਗ੍ਹਾ 'ਚ ਹੋਣਾ ਚਾਹੀਦਾ? ਕਮ ਸੇ ਕਮ 10 ਮਰਲੇ ਜਗ੍ਹਾ ਤੇ ਲਾਜ਼ਮੀ ਹੋਣੀ ਚਾਹੀਦੀ। ਯਾਨੀ 10 ਤੋਂ 15 ਮਰਲੇ। 10 ਤੋਂ 15 ਮਰਲੇ, ਯਾਨੀ ਪੌਣਾ ਮਰਲੇ ਤੋਂ ਲੈ ਕੇ 1 ਮਰਲੇ ਇੱਕ ਜਾਨਵਰ ਨੂੰ ਜਗ੍ਹਾ ਚਾਹੀਦੀ ਹੈ। ਜਗ੍ਹਾ ਚਾਹੀਦੀ। ਉਹਦੇ ਵਿੱਚ ਉਹਦੇ ਸਾਰੇ ਇੰਤਜ਼ਾਮਾਤ ਸ਼ਾਮਲ ਹੋ ਜਾਂਦੇ? ਸਾਰੇ ਇੰਤਜ਼ਾਮ ਸ਼ਾਮਲ ਹੈ। ਅੱਛਾ, ਤੂੜੀ ਤੁਸੀਂ ਕਿੰਨੀ ਕੁ ਸਟੋਰ ਕਰਦੇ ਹੋ ਸਾਲ 'ਚ ਇਸਤੇਮਾਲ ਕਰਨ? ਸਾਲ ਜੋ ਸਟੋਰੀ ਅਸੀਂ ਕੋਈ 100 ਤੋਂ 150 ਮਣ ਕਰਨੇ ਆ। ਅੱਛਾ। ਅਗਰ ਜੇ ਘੱਟ ਜੇ ਤੇ ਅਸੀਂ ਬਾਜ਼ਾਰੋਂ ਮੁੱਲ ਖਰੀਦੇ। ਹਜ਼ਾਰ ਮੁੱਲ ਖਰੀਦਦੇ ਹੋ? ਹਾਂਜੀ। ਤੇ ਤੁਹਾਨੂੰ ਜਾਨਵਰ ਤੋਂ ਦੁੱਧ ਦੀ ਕੀ ਐਵਰੇਜ ਮਿਲਦੀ ਵੀ? ਕੀ ਜਾਨਵਰ ਰੋਜ਼ਾਨਾ ਕਿੰਨਾ ਦੁੱਧ ਦੇ ਜਾਂਦਾ? 30 ਜਾਨਵਰ ਅਗਰ ਜੋ ਜਿਹੜੇ ਫੰਡਰ ਸ਼ੰਡਰ ਸਾਰੇ ਪਾ ਕੇ ਕੋਈ 7 ਕਿਲੋ ਦੀ ਐਵਰੇਜ ਇਸ ਟਾਈਮ ਸਾਡੇ ਕੋਲ ਹੈ। 7 ਕਿਲੋ? ਅਗਰ ਜੋ ਸਾਰੇ ਤਾਜ਼ੇ ਜਾਨਵਰ ਹੁੰਦੇ ਨੇ ਫਿਰ ਕੋਈ 10-12 ਕਿਲੋ ਦੀ ਐਵਰੇਜ ਹੁੰਦੀ ਹੈ ਸਾਡੇ। ਠੀਕ ਹੈ। ਤੇ ਓਵਰਆਲ 10-15 ਜਾਨਵਰਾਂ ਤੋਂ ਤੁਹਾਨੂੰ ਕੀ ਬਚਤ ਮਿਲ ਜਾਂਦੀ ਹੈ ਮਹਾਨਾ ਜਾਂ ਰੋਜ਼ਾਨਾ? ਮਹਾਨਾ ਬਚਤ ਤਕਰੀਬਨ 70-80 ਹਜ਼ਾਰ ਰੁਪਏ ਬਚਤ ਆ ਜਾਂਦੀ ਮਾਸ਼ਾ ਸਾਰੇ ਖਰਚਾ ਕੱਢ ਖਰਚੇ ਕੱਢ ਕੇ। ਤੇ ਨਾਲ ਤੁਸੀਂ ਆਪਣੀ ਜ਼ਮੀਨ ਵੀ ਸੰਭਾਲਦੇ ਹੋ, ਉਹ ਇਸ ਤੋਂ ਇਲਾਵਾ ਹੋ ਅਲਾ ਇਸ ਤੋਂ ਇਲਾਵਾ ਉਹ ਜ਼ਮੀਨ ਵੀ ਤੁਸੀਂ ਦੋਨੋਂ ਬੰਦੇ ਹੀ ਸੰਭਾਲਦੇ ਹੋ? ਦੋਨੋਂ ਬੰਦੇ ਸੰਭਾਲਦੇ। ਕਿੰਨੀ ਜ਼ਮੀਨ ਤੁਸੀਂ ਠੇਕੇ ਤੇ? ਜ਼ਮੀਨ ਸਾਡੇ ਕੋਲ ਇਸ ਟਾਈਮ 12 ਏਕੜ। ਤੇ ਕੀ ਠੇਕਾ ਇੱਥੇ ਚੱਲਦਾ? ਇੱਥੇ ਤਕਰੀਬਨ 40,000। 40,000 ਠੇਕੇ ਜ਼ਮੀਨ ਲੈ ਕੇ ਤੇ ਜਾਂ ਤੁਸੀਂ ਸਟਾਲਾ ਜਾਂ ਚਾਰਾ ਕਾਸ਼ਤ ਕੀਤਾ, ਉਹਦੀ ਰੇਟ ਕੀ ਹੈ ਸੇਲ ਦਾ? ਉਹਦਾ ਸੇਲ ਦਾ ਉਹ ਬਾਜ਼ਾਰ ਦਾ ਰੇਟ ਹੁੰਦਾ। ਹੂੰ। ਕੰਡੇ ਦਾ ਜੋ ਰੇਟ ਉਸ ਹਿਸਾਬ ਨਾਲ ਰੇਟ। ਉਸ ਦਿਨ ਕਿੰਨਾ ਚੱਲਦਾ ਪਿਆ? ਉਸ ਟਾਈਮ ਇਸ ਟਾਈਮ ਤਕਰੀਬਨ 200 ਰੁਪਏ ਮਣ ਹੋ ਰਿਹਾ। 200 ਰੁਪਏ ਮਣ ਤੁਸੀਂ ਇੱਥੋਂ ਚੁਕਵਾ ਰਹੇ ਹੋ? ਚੁਕਾ ਰਹੇ। ਠੀਕ ਹੈ। ਤੋਲ ਕੇ ਦਿੰਦੇ ਹੋ? ਨਹੀਂ, ਅਗਰ ਜੇ ਕੰਡੇ ਤੇ ਖੜੀ ਤੇ ਫਿਰ ਉਹ ਫਲਾਈ ਕਰਕੇ ਦੇਈਦੀ। ਅੱਛਾ। ਜੇ ਤੇ ਜ਼ਮੀਨ ਦੇ ਵਿੱਚ ਹੀ ਹੈ ਤੇ ਫਿਰ ਉਹ ਕਨਾਲ ਦੇ ਹਿਸਾਬ ਨਾਲ ਹੁੰਦਾ। ਕਨਾਲ ਦਾ ਕੀ ਰੇਟ ਹੈ? ਕਨਾਲ ਦਾ ਕੋਈ ਤਕਰੀਬਨ 3000 ਰੁਪਏ ਕਨਾਲ ਦਾ। 1 ਕਿਲੋ ਦਾ? 1 ਕਿਲੋ ਦਾ। ਤੇ ਸਾਰੇ ਲੋ ਹੋਣ ਤੇ ਸਾਰੇ ਲੋਕ 12,000। 12,000। ਠੀਕ ਹੈ, ਜ਼ਬਰਦਸਤ। ਅੱਛਾ ਸਰ, ਜਾਨਵਰ ਜਿਹੜੇ ਨੇ ਉਹ ਕਿਸ ਇਲਾਕੇ ਦੇ ਸੂਟ ਕਰਦੇ ਨੇ ਸਾਡੇ ਏਰੀਏ 'ਚ?
80 ਜਾਨਵਰ ਜ਼ਿਆਦਾ ਕਾੜਾ ਅੱਛਾ, ਚੀਚਾ ਵਤਨ ਦੇ ਲੋਕ ਜ਼ਿਆਦਾ ਜਾਨਵਰ ਲੈਂਦੇ ਨੇ ਉੱਥੋਂ ਜਾ ਕੇ ਉੱਥੋਂ ਜਾ ਕੇ। ਆਂਦੇ ਨੇ ਉੱਥੇ ਜਾ ਕੇ ਵੀ ਲੋਕਾਂ ਨੇ ਮਿਕਸ ਕਰ ਲਈਆਂ ਨੇ 2 ਨੰਬਰ ਨਸਲਾਂ ਵੀ ਉੱਥੇ ਆ ਉਹ ਗਈਆਂ। ਜ਼ਾਹਰ ਹੈ ਹੁਣ 2 ਨੰਬਰ ਨਸਲਾਂ ਵਿੱਚ ਹੀ ਚੱਲਦੀਆਂ। ਪਤਾ ਕਿਵੇਂ ਚੱਲੇਗਾ 1 ਨੰਬਰ ਤੇ 2 ਨੰਬਰ ਤੇ? ਉਹ ਕੋਈ ਜਿਹੜਾ ਪੁਰਾਣਾ ਬੰਦਾ ਸਰ ਉਹਨੂੰ ਹੀ ਪਤਾ। ਅਸੀਂ ਤਾਂ ਜਾਨਵਰ ਵੇਖਦੇ ਆ ਕਿ ਚੱਲ ਬਾਸ ਬੂਸ ਠੀਕ ਹੈਗਾ ਤੇ ਅਸੀਂ ਉਹਨੂੰ ਖਰੀਦ ਲੈਂਦੇ। ਤੇ ਜਾਨਵਰ ਨਾਲ ਹੋਰ ਕੋਈ ਮਸਲਾ ਪੇਸ਼ ਆ ਜਾਂਦਾ ਤੇ ਫਿਰ ਉਹਦਾ ਹੱਲ ਕਿਸ ਤਰ੍ਹਾਂ ਕਰਦੇ ਹੋ? ਉਹ ਫਿਰ ਡਾਕਟਰ ਨਾਲ ਰਾਬਤਾ ਕਰੀ। ਡਾਕਟਰ ਨਾਲ ਆਪਤਾ ਡਾਕਟਰ ਜ਼ਾਤੀ ਕੋਈ ਨੁਸਖੇ ਨਹੀਂ ਦਿੱਤਾ ਹੈਗਾ? ਚਾਤੀ ਕੋਈ ਨੁਕਸ ਨਹੀਂ। ਮੈਂ ਦੇਖ ਅੱਛਾ ਰਿਹਾ ਲੂਣ ਮਿਰਚ ਵਗੈਰਾ ਦੇਈ ਦੀ ਹੈ ਨਾ ਹੂੰ। ਤੇ ਉਸ ਤੋਂ ਜੇ ਕੋਈ ਜ਼ਿਆਦਾ ਮਸਲਾ ਬਣ ਜਾਏ ਫਿਰ ਡਾਕਟਰ ਨਾਲ ਜ਼ਰੂਰ ਕਰੀ। ਤੁਹਾਡੀ ਗਾਇ ਦੀ ਡਿਲੀਵਰੀ ਹੋਣ ਵਾਲੀ ਹੈ, ਮੈਂ ਦੇਖ ਰਿਹਾ ਤੁਸੀਂ ਦੋਵੇਂ ਬੜੇ ਮੁਹਤਾਤ ਅੰਦਾਜ਼ ਸੇ ਕੋਲ ਖੜੇ ਹੋ। ਇਹਦੇ ਹਵਾਲਾ ਤੁਸੀਂ ਕੀ ਕਹੋਗੇ ਕਿ ਜਦੋਂ ਜਾਨਵਰ ਨੂੰ ਸੁਣਾ ਹੋਏ ਤਾਂ ਉਹਦਾ ਕਿਸ ਤਰ੍ਹਾਂ ਨਿਗਹਦਾਸ਼ਤ ਕਰਨੀ ਚਾਹੀਦੀ? ਉਹਦੇ ਧਿਆਨ ਰੱਖਣਾ ਪੈਂਦਾ ਕਿ ਮੇਰਾ ਮਤਲਬ ਕੋਈ ਜਾ ਪੁੱਠਾ ਛੁੱਟਾ ਤਾਂ ਨਹੀਂ ਹੋ ਗਿਆ। ਹੁਣ ਮੇਰਾ ਮਤਲਬ ਗਾਈ ਸਾਡੀ ਸੂਪ ਪਈ ਉਹ ਠੀਕ ਸੂਈ ਹੈ। ਕੋਈ ਮਸਲਾ ਹੁੰਦਾ ਸੀ ਡਾਕਟਰ ਨਾਲ ਜ਼ਰੂਰ ਕਰਨਾ ਸੀ। ਠੀਕ ਹੈ, ਪਤਾ ਕਿ ਚੱਲਦਾ ਕਿ ਪੁੱਠਾ ਦਾ ਹੋ ਗਿਆ ਦਾ ਤੇ ਡਾਕਟਰ ਨੂੰ ਪੁੱਛਣਾ ਉਹ ਜਦੋਂ ਜ਼ਿਆਦਾ ਦੇਰ ਹੋਏ ਨਾ ਮੇਰਾ ਮਤਲਬ ਸੁਣਦੀ ਨਹੀਂ ਪਈ, ਹਾਂ ਕੋਈ 10 ਘੰਟਾ ਪੌਣਾ ਘੰਟਾ ਹੋ ਗਿਆ ਤਕਲੀਫ ਸੇ ਜਾਨਵਰ, ਹਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਕੋਈ ਅੰਦਰ ਮਸਲਾ ਹੈਗਾ। ਡਾਕਟਰ ਨੂੰ ਜ਼ਰੂਰ ਕਰ ਲੈਂਦੇ। ਯਾਨੀ ਜਿਸ ਟਾਈਮ ਉਹਦੇ ਸੂਣ ਦਾ ਤਿਆਰ ਹੋ ਗਈ ਹੈ ਤੇ ਤੁਸੀਂ ਉਹਦੇ ਕੋਲ ਰਹੋ। ਅਸੀਂ ਕੋਲ ਤੇ ਬਿਲਕੁਲ। ਕੀ ਨਿਸ਼ਾਨੀਆਂ ਨੇ ਕਿ ਪਤਾ ਚੱਲਦਾ ਕਿ ਮੱਝ ਗਾਈਆਂ ਸੂਣਾ ਹੈ ਸੂਪਣਾ ਹੈ? ਕਿਉਂਕਿ ਅਕਸਰ ਦੇਖਿਆ ਤੇ ਸਾਨੂੰ ਸਾਹਮਣੇ ਜਾਨਵਰ ਖਲੋਤਾ ਹੋਇਆ ਤੇ ਉਹਦਾ ਮਾਲਕ ਕਹਿੰਦਾ ਨੇ ਅੱਜ ਸੂਪਣਾ ਜਾਂ ਰਾਤੀ ਸੂਪਣਾ ਜਾਂ ਸਵੇਰੇ। ਇਹਦਾ ਮਸਲਾ ਹੁੰਦਾ ਕਿ ਨਾਲੇ ਛਲੇ ਸੁੱਟਦੀਆਂ ਨੇ, ਹੂੰ ਫਿਰ ਇਹਦੀ ਪੁੱਛਲ ਦੇ ਉੱਤੇ ਖੁੱਡੇ ਹੁੰਦੇ ਨੇ ਪੂੜੇ, ਹੂੰ ਉਹ ਡੂੰਘੇ ਹੋ ਜਾਂਦੇ। ਜਦੋਂ ਡੂੰਘੇ ਹੋ ਜਾਂਦੇ ਨੇ ਉਹ ਸਾਨੂੰ ਪਤਾ ਲੱਗ ਜਾਂਦਾ ਝੜੀ ਕਰਨ ਚ ਸੂਪਣ। ਅੱਛਾ, ਯਾਨੀ ਪੂੜੇ ਦੀ ਸ਼ਕਲ ਬਦਲ ਜਾਂਦੀ ਪੂੜੇ ਦੀ ਸ਼ਕਲ ਬਦਲ ਜਾਂਦੀ। ਇਹ ਵੀ ਇੱਕ ਨਿਸ਼ਾਨੀ ਹੈ। ਉਹ ਨਾਲੇ ਵਗੈਰਾ ਸੁੱਟਦੀਆਂ ਨੇ ਫਿਰਦੀਆਂ ਪੁੱਟਦੀਆਂ ਵੀ ਹੁੰਦੀਆਂ। ਆਹ ਫਿਰਦੀਆਂ। ਠੀਕ ਹੈ। ਅੱਛਾ, ਤੁਹਾਡੇ ਕੋਲ ਅੱਗੇ ਪੁੱਛ ਰਹੇ ਸਾਂ ਕਿ ਕਮ ਸੇ ਕਮ ਕਿੰਨੇ ਜਾਨਵਰਾਂ 'ਚ ਇੱਕ ਝੋਟਾ ਰੱਖਣਾ ਜ਼ਰੂਰੀ ਹੁੰਦਾ ਹੈ? ਕਮ ਤੋਂ ਕਮ 8-10 ਜਾਨਵਰਾਂ ਚ ਲਾਜ਼ਮੀ ਝੋਟਾ ਹੋਣਾ ਚਾਹੀਦਾ। 8-10 ਉਸ ਤੋਂ ਥੱਲੇ ਹੋਣ ਤੇ ਫਿਰ ਡਾਕਟਰ ਨਾਲ ਹੀ ਰਾਬਤਾ ਕਰਨਾ ਚਾਹੀਦਾ। ਨਹੀਂ ਝੋਟਾ ਰੱਖ ਲਓ ਤੇ ਬਿਹਤਰ ਹੈ, ਅੱਛਾ। ਜੇ ਨਹੀਂ ਤੇ ਫਿਰ ਤੇ ਡਾਕਟਰ ਨੂੰ ਰਾਬਤਾ ਕਰਨਾ ਪੈਣਾ। ਤੁਸੀਂ ਗਾਇ ਵੀ ਰੱਖੀਆਂ ਨੇ, ਮੱਝਾਂ ਵੀ ਰੱਖੀਆਂ ਨੇ, ਇਹਨਾਂ 'ਚ ਬਿਹਤਰ ਕਿਹਨੂੰ ਪਾਉਂਦੇ ਹੋ? ਦੋਵਾਂ ਨੂੰ ਹੀ ਇੱਕ ਜੈਸੀ ਸੇਵਾ ਕਰ। ਨਹੀਂ, ਸੇਵਾ ਤੇ ਇੱਕ ਜੈਸੀ ਕਰਦੇ ਹੋ। ਮੇਰਾ ਬਿਹਤਰ ਤੋਂ ਕੁਐਸਚਨ ਦੀ ਮੁਰਾਦ ਹੈ ਕਿ ਨਫਾ ਵਿੱਚ ਜ਼ਿਆਦਾ ਹੁੰਦਾ? ਨਫਾ ਜਨਾਬ ਜਿਹੜੀ ਦੁੱਧ ਜ਼ਿਆਦਾ ਦੇ ਸਮਝੋ ਉਹਦੇ ਚ ਨਫਾ, ਜਿਹੜੀ ਘੱਟ ਦੇ ਉਹਦੇ ਚ ਨੁਕਸਾਨ ਹੈ। ਗਾਇ ਜਲਦੀ ਸੂ ਪੈਂਦੀ ਹੈ, ਮੱਝ ਜਲਦੀ ਨਹੀਂ ਸੁਣਦੀ। ਗਾਏ 9 ਮਹੀਨੇ ਬਾਅਦ ਹੁੰਦੀ ਹੈ, ਮੱਝ 10 ਮਹੀਨੇ ਬਾਅਦ ਹੁੰਦੀ ਹੈ। ਲੇਕਿਨ ਬਣਦੀ ਵੀ ਛੇਤੀ ਨਾ, ਮੱਝ ਸਾਲ ਡੇਢ ਬਾਅਦ ਬਣਦੀ ਹੈ। ਇਹ ਜੇ ਨਹੀਂ ਝੋਟੇ ਵਿੱਚ ਹੋਣ ਤੇ ਫਿਰ ਮੱਝਾਂ ਵੀ 2-3 ਮਹੀਨੇ ਬਾਅਦ ਬਣ ਜਾਂਦੀਆਂ। ਅੱਛਾ। ਤੇ ਝੋਟੇ ਨਾ ਵਿੱਚ ਹੋਣ ਤੇ ਫਿਰ ਨਹੀਂ ਪਤਾ ਚੱਲਦਾ ਬੋਲੀ ਇਹਦਾ ਵੇਗ ਗਰਮ ਹੈ ਠੰਡਾ, ਹਾਂ ਫਿਰ ਉਹ ਮਸਲਾ ਬਣ ਜਾਂਦਾ। ਠੀਕ ਹੈ। ਤੇ ਗਾਂ ਜਿਹੜੀ ਇਹ ਗਾਂ ਦਾ ਬੱਚਾ ਪਹਿਲੀ ਦਫਾ ਸੂਣ ਵਾਲਾ ਕਿੰਨੀ ਉਮਰ 'ਚ ਬਣਦਾ? ਪਹਿਲੀ ਦਾ ਮੇਰੇ ਨਾਲ 14-15 ਮਹੀਨਿਆਂ ਦੇ ਵਿੱਚ ਅਗਰ ਦੁੱਧ ਪਿਆ ਜਾਏ, ਹਾਂ 15 ਮਹੀਨਿਆਂ ਚ ਗੱਭਣ ਹੋਣ ਦੀ ਸ਼ਕਲ ਤਿਆਰ ਕਰ ਲੈਂਦਾ। ਲੈ। ਤੇ ਮੱਝ ਦਾ? ਮੱਝ ਦਾ 2-2.5 ਸਾਲ ਤੋਂ ਬਾਅਦ। ਯਾਨੀ 24 ਤੋਂ 3 ਤੇ ਯਾਨੀ ਤੁਸੀਂ ਚੈੱਕ ਕਰੋਗੇ 30 ਮਹੀਨਿਆਂ ਤੱਕ। 3 ਮਹੀਨੇ ਤੱਕ 30 ਮਹੀਨਿਆਂ ਦਾ ਬੱਚਾ ਹੋ ਕੇ ਫਿਰ ਯਾਨੀ ਡਬਲ ਹੋ ਗਿਆ ਨਾ। ਆ ਜਾਂ ਦੁੱਧ ਪਿਆ ਹੈ ਤੇ ਬਾਈਆਂ 24 ਮਹੀਨਿਆਂ ਬਾਅਦ ਵੀ ਗੱਭਣ ਹੋ ਜਾਂਦਾ। ਤੇ ਫਿਰ ਇਸ ਹਵਾਲੇ ਨਾਲ ਦੇਖਿਆ ਜਾਏ ਤਾਂ ਫਿਰ ਗਾਂ ਫਾਇਦੇ 'ਚ ਨਹੀਂ? ਨਹੀਂ ਗਾਈ ਦਾ ਦੁੱਧ ਇੱਥੇ ਸਿਆਲਕੋਟ ਇੱਥੇ ਲੋਕ ਘੱਟ ਪਸੰਦ ਕਰਦੇ। ਮੱਝਾਂ ਦਾ ਦੁੱਧ ਜ਼ਿਆਦਾ ਪਸੰਦ ਕਰਦੇ ਨੇ। ਆਸ-ਪਾਸੇ ਸਾਨੂੰ ਜ਼ਿਆਦਾ ਮੱਝਾਂ ਰੱਖਣੀਆਂ ਪੈਂਦੀਆਂ। ਗਾਂ ਦਾ ਇੱਥੇ ਕੀ ਰੇਟ ਮਿਲਦਾ ਹੈ ਤੇ ਮੱਝਾਂ ਦਾ ਕੀ ਰੇਟ ਮਿਲਦਾ? ਗਾਈ ਜਿਹੜੀਆਂ ਗਾਈਆਂ ਨਸਲੀ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਰੇਟ ਹੈ, ਉਹਦਾ ਵੀ 2.5-3 ਲੱਖ ਰੁਪਏ ਮੰਗਦੇ ਨੇ। ਅੱਛਾ। ਜਿਹੜੀਆਂ ਦੇਸੀ ਦੂਸੀ ਨੇ ਉਹ ਲੱਖ 'ਚ ਵੀ ਮਿਲ ਜਾਂਦੀਆਂ, 1.25 ਲੱਖ 'ਚ ਵੀ ਮਿਲ ਜਾਂਦੀਆਂ। ਅੱਛਾ। ਤੇ ਮੱਝ ਮੱਝ ਜਿਹੜੀ ਸਹੀ ਮੱਝ 2.5-3 ਲੱਖ ਰੁਪਏ ਦੀ ਇਸ ਟਾਈਮ। ਅੱਛਾ। ਤੇ ਜਿਹੜੀ ਦੇਸੀ ਦੂਸੀ ਨੇ ਉਹ 1.5-2 ਪੌਣੇ 2। ਠੀਕ ਹੈ। ਇਹਨਾਂ ਦੇ ਝੋਟੀਆਂ ਨੇ। ਦੁੱਧ ਦਾ ਰੇਟ ਕੀ ਮਿਲਦਾ? ਦੁੱਧ ਦਾ ਰੇਟ ਆਮ ਤੇ ਮੇਰਾ ਮਤਲਬ ਚੱਲ ਰਿਹਾ ਹੈ ਹੋਗਾ ਆਮ ਤੇ ਚੱਲ ਰਿਹਾ ਹੈ, ਜਿਹੜਾ ਥੋਕ ਦਾ ਰੇਟ ਚੱਲ ਰਿਹਾ, ਜਿਹੜਾ ਅਸੀਂ ਮੇਰਾ ਮਤਲਬ ਦੁੱਧ ਨੂੰ ਦਿੰਦੇ ਆ ਥੋਕ, ਉਹ ਅਸੀਂ ਦਿੰਦੇ ਆ 90 ਰੁਪਏ। ਅੱਛਾ। ਤੇ ਜਿਹੜਾ ਪਰਚੂਨ 120 ਰੁਪਏ ਦੇ ਰਹੇ ਮੱਝ ਦਾ ਮੱਝ ਦਾ। ਤੇ ਗਾਏ ਦਾ? ਗਾਏ ਦਾ 100 ਰੁਪਏ। ਗਾਏ ਦਾ 20 ਰੁਪਏ ਘੱਟ ਰੇਟ? 20 ਰੁਪਏ ਰੇਟ ਘੱਟ। ਤੇ ਜੇ ਮਿਕਸ ਕਰਕੇ ਦੀ ਤੇ ਫਿਰ ਕੀ ਮਿਲਦਾ ਰੇਟ? 110 ਰੁਪਏ। 110 ਰੁਪਏ। ਤੁਸੀਂ ਤੁਹਾਡੀ ਗਾਏ ਦੂਸਰਾ ਬੱਚਾ ਮਾਸ਼ਾਅੱਲਾ ਦੇ ਰਹੀ ਹੈ, ਤੁਹਾਨੂੰ ਅਸੀਂ ਵੀਡੀਓ 'ਚ ਮੁਬਾਰਕ ਦੇ ਸਕਦੇ ਹਾਂ। ਦੋ ਅੱਲਾ ਪਾ ਕੇ ਦੋ ਨੂੰ ਅੱਛੇ ਤਰੀਕੇ ਨਾਲ ਇਹਦਾ ਸੁਆ ਨਗਾਏ। ਤੇ ਤੁਸੀਂ ਦੇਖ ਲਓ ਸਰ ਆਪਣੇ ਜਾਨਵਰ ਸਾਹਿਬ, ਤੁਸੀਂ ਬਹੁਤ ਅੱਛੀ ਗੁਫ਼ਤਗੂ ਕੀਤੀ ਹੈ, ਤੁਹਾਡੀ ਬਹੁਤ ਮਿਹਰਬਾਨੀ। ਅਗਰ ਕੋਈ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤਾਂ ਕਰ ਸਕਦਾ? ਬਿਲਕੁਲ ਕਰ ਸਕਦੇ। ਕੋਈ ਰਾਬਤਾ ਨੰਬਰ ਅੱਗੇ ਹੀ ਹੈ ਯਾਰ, ਅੱਗੇ ਹੀ ਹੈ। ਜੀ ਜੀ।
0340 जी 49 96 जी जी 857। जी बहुत शुक्रिया सर। अस्सलाम वालेकुम।